सत श्री अकाल। डे टू डे न्यूज़ इंडिया देख रहे हो तो मैं ਤੁਹਾਡੇ ਨਾਲ ਦਿਵਾਂਸ਼ੂ। ਸਾਰਾ ਚੈਨਲ ਤੁਹਾਡੇ ਨਾਲ ਹਮੇਸ਼ਾ ਇਹ ਵਾਅਦਾ ਕਰਦਾ ਹੈ ਨਿਰਪੱਖਤਾ ਨਾਲ ਪੱਤਰਕਾਰੀਤਾ ਕਰਾਂਗੇ, ਸਟੀਕਤਾ ਦੇ ਨਾਲ ਤੁਹਾਨੂੰ ਹਰ ਇੱਕ ਖਬਰ ਦਿਖਾਵਾਂਗੇ। ਸਾਰੇ ਚੈਨਲ ਦਾ ਪੱਤਰਕਾਰ ਨਾ ਕਿਸੇ ਤੋਂ ਕੋਈ ਤੋਹਫਾ ਲਵੇਗਾ, ਨਾ ਇਸ਼ਤਿਹਾਰ, ਨਾ ਹੀ ਕਰੇਗਾ ਕਿਸੇ ਨੂੰ ਬਲੈਕਮੇਲ। ਅਸੀਂ ਹਮੇਸ਼ਾ ਕੋਸ਼ਿਸ਼ ਕਰਾਂਗੇ ਵੀ ਅਸੀਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣੀਏ। ਇਸ ਦੇ ਨਾਲ ਅਸੀਂ ਕਿਸੇ ਵੀ ਇਸ ਤਰੀਕੇ ਦੇ ਵਿਅਕਤੀ ਦੀ ਖਬਰ ਨਹੀਂ ਚਲਾਵਾਂਗੇ ਜੋ ਕਿ ਭੋਲੇ ਭਾਲੇ ਲੋਕਾਂ ਨੂੰ ਠੱਗਦਾ ਹੋਵੇ। ਇਸ ਦੇ ਨਾਲ ਸਾਡੇ ਚੈਨਲ ਦਾ ਮਕਸਦ ਹੋਵੇਗਾ ਲੋਕਤੰਤਰ ਦੇ ਚੌਥੇ ਥੰਮ ਨੂੰ ਮੁੜ ਤੋਂ ਮਜ਼ਬੂਤ ਕਰਨਾ। ਭਾਰਤੀ ਰੇਲਵੇ ਨੇ ਇੱਕ ਵੱਡਾ ਫੈਸਲਾ ਲਿੱਤਾ ਹੈ ਜਿਹਦੇ ਚਲਦੇ ਹੁਣ ਟਿਕਟਾਂ ਦੇ ਜਿਹੜੇ ਰੇਟ ਨੇ ਉਹ ਵੱਧਦੇ ਹੋਏ ਨਜ਼ਰ ਆ ਰਹੇ ਨੇ। ਇੰਡੀਅਨ ਰੇਲਵੇਜ਼ ਇੱਕ ਬਹੁਤ ਇੰਪੋਰਟੈਂਟ ਤੇ ਦੂਰ ਤੱਕ ਅਸਰ ਪਾਉਣ ਵਾਲਾ ਡਿਸੀਜਨ ਉਸਨੇ ਅਨਾਉਂਸ ਕੀਤਾ ਹੈ, ਜਿਹਦੇ ਤਹਿਤ 26 ਦਸੰਬਰ 2025 ਤੋਂ ਪੂਰੇ ਦੇਸ਼ ਦੇ ਵਿੱਚ ਨਵਾਂ ਟਿਕਟ ਫੇਅਰ ਸਟਰਕਚਰ ਲਾਗੂ ਹੋਣ ਜਾ ਰਿਹਾ ਹੈ। ਤੇ ਰੇਲਵੇਜ਼ ਜੋ ਕਿ ਇੰਡੀਅਨ ਰੇਲਵੇਜ਼ ਹੈ ਇਹ ਦੁਨੀਆ ਦੇ ਵਿੱਚ ਸੈਕਿੰਡ ਲਾਰਜੈਸਟ ਇੰਪਲੋਇਰ ਹੈ ਤੇ ਅੰਦਾਜ਼ਾ ਹੈ ਕਿ ਇਸ ਕਦਮ ਦੇ ਨਾਲ ਲਗਭਗ 600 ਕਰੋੜ ਦੀ ਐਡੀਸ਼ਨਲ ਰੈਵਨਿਊ ਜਨਰੇਟ ਹੋਵੇਗੀ। ਸਰਕਾਰੀ ਸੋਰਸਸ ਦਾ ਕਹਿਣਾ ਹੈ ਕਿ ਇਹ ਡਿਸੀਜਨ ਅਚਾਨਕ ਨਹੀਂ ਆਇਆ, ਬਲਕਿ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਇੰਟਰਨਲ ਅਸੈਸਮੈਂਟ, ਰਾਈਜ਼ਿੰਗ ਆਪਰੇਸ਼ਨਲ ਕੋਸਟ, ਫਿਊਲ ਤੇ ਮੇਨਟੇਨੈਂਸ ਐਕਸਪੈਂਸਿਸ ਤੇ ਮੈਸਿਵ ਇਨਫਰਾਸਟ੍ਰਕਚਰ ਐਕਸਪੈਂਸ਼ਨ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ। ਪਰ ਨਾਲ ਹੀ ਰੇਲਵੇਜ਼ ਨੇ ਇਹ ਵੀ ਇਨਸ਼ੋਰ ਕੀਤਾ ਹੈ ਕਿ ਆਮ ਪੈਸੇਂਜਰ ਤੇ ਜ਼ਿਆਦਾ ਬੋਝ ਨਾ ਪਵੇ ਇਸ ਚੀਜ਼ ਦਾ। ਇਸ ਕਰਕੇ ਫੇਅਰ ਹਾਈਕ ਨੂੰ ਸਿਲੈਕਟਿਵ ਤੇ ਡਿਸਟੈਂਸ ਬੇਸਡ ਰੱਖਿਆ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਵੀ ਜਿੱਥੇ ਆਰਡੀਨਰੀ ਕਲਾਸ ਵਿੱਚ 215 ਕਿਲੋਮੀਟਰ ਤੱਕ ਸਫ਼ਰ ਕਰਨ ਵਾਲੇ ਪੈਸੇਂਜਰ ਲਈ ਬਿਲਕੁਲ ਕੋਈ ਹਾਈਕ ਨਹੀਂ ਦਿੱਤਾ ਗਿਆ। ਮਤਲਬ ਡੇਲੀ ਕੰਮਿਊਟਰ ਜੋ ਕਿ ਰੋਜ਼ ਆਵਾਜਾਈ ਕਰਦੇ ਨੇ ਰੇਲਵੇ ਦੇ ਰਾਹੀਂ, ਸ਼ੋਰਟ ਡਿਸਟੈਂਸ ਟਰੈਵਲਰਸ ਤੇ ਲੋ ਇਨਕਮ ਗਰੁੱਪ ਦੇ ਜੇਬ ਬਿਲਕੁਲ ਸੇਫ ਰਹਿਣਗੀਆਂ। ਪਰ ਜੇ ਕੋਈ ਪੈਸੇਂਜਰ 215 ਕਿਲੋਮੀਟਰ ਤੋਂ ਵੱਡੀ ਜਰਨੀ ਕਰਦਾ ਹੈ ਤਾਂ ਉਸ ਨੂੰ ਸਿਰਫ 1 ਪੈਸਾ ਪਰ ਕਿਲੋਮੀਟਰ ਐਕਸਟਰਾ ਦੇਣਾ ਪਵੇਗਾ, ਜਦੋਂ ਕਿ ਮੇਲ ਤੇ ਐਕਸਪ੍ਰੈਸ ਟ੍ਰੇਨ ਵਿੱਚ ਨੌਨ ਏਸੀ ਤੇ ਏਸੀ ਦੋਨੋਂ ਕੈਟਾਗਰੀਜ਼ ਲਈ 2 ਪੈਸਾ ਪਰ ਕਿਲੋਮੀਟਰ ਦਾ ਮਾਰਜਨਲ ਇੰਕਰੀਜ਼ ਲਾਗੂ ਕੀਤਾ ਗਿਆ। ਤੇ ਰੇਲਵੇਜ਼ ਖੁਦ ਐਗਜ਼ਾਮਪਲਸ ਦੇ ਕੇ ਸਮਝਾ ਰਹੀ ਹੈ ਕਿ ਜੇ ਕੋਈ ਪੈਸੇਂਜਰ 500 ਕਿਲੋਮੀਟਰ ਦੀ ਨੌਨ ਏਸੀ ਜਰਨੀ ਕਰਦਾ ਹੈ ਤਾਂ ਟੋਟਲ ਸਿਰਫ 10 ਰੁਪਏ ਵਾਧੂ ਜਿਹੜਾ ਪੇ ਹੈ ਉਹ ਕਰਨਾ ਪਵੇਗਾ, ਜੋ ਕਿ ਇਨਫਲੇਸ਼ਨ ਦੀ ਹਿਸਾਬ ਦੇ ਨਾਲ ਬਹੁਤ ਹੀ ਘੱਟ ਅਮਾਉਂਟ ਹੈ। ਰੇਲਵੇ ਮਿਨਿਸਟਰ ਦਾ ਜ਼ੋਰ ਇਹ ਹੈ ਕਿ ਇਹ ਹਾਈਕ ਫੇਅਰ ਸ਼ੌਕ ਨਹੀਂ ਬਲਕਿ ਗ੍ਰੈਜੂਅਲ ਐਡਜਸਟਮੈਂਟ ਹੈ, ਜਿਹਦੇ ਨਾਲ ਸਿਸਟਮ ਫਾਈਨੈਂਸ਼ੀਅਲੀ ਸਸਟੇਨੇਬਲ ਰਹੇ ਤੇ ਪੈਸੇਂਜਰ ਅਫੋਰਡੇਬਿਲਿਟੀ ਵੀ ਮੇਨਟੇਨ ਹੋਵੇ। ਤੇ ਇਸ ਫਿਲਾਸਫੀ ਦਾ ਸਭ ਤੋਂ ਵੱਡਾ ਪ੍ਰੂਫ ਹੈ ਕਿ ਸਬਰਬਨ ਟ੍ਰੇਨਸ ਯਾਨੀ ਜੋ ਕਿ ਲੋਕਲ ਏਰੀਆਜ਼ ਦੇ ਵਿੱਚ ਟ੍ਰੇਨਾਂ ਚੱਲਦੀਆਂ ਨੇ ਤੇ ਮੰਥਲੀ ਸੀਜ਼ਨ ਟਿਕਟ ਦੇ ਫੇਅਰ ਵਿੱਚ ਬਿਲਕੁਲ ਕੋਈ ਚੇਂਜ ਨਹੀਂ ਕੀਤਾ ਗਿਆ, ਕਿਉਂਕਿ ਲੋਕਲ ਟ੍ਰੇਨਸ ਤੇ ਸੀਜ਼ਨ ਪਾਸਿਸ ਜੋ ਹੈ ਲੱਖਾਂ ਆਫਿਸ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ, ਸਟੂਡੈਂਟਸ ਤੇ ਡੇਲੀ ਵੇਜ ਵਰਕਰ ਦੀ ਲਾਈਫਲਾਈਨ ਤੇ ਹੋਰ ਵੀ ਜਿੰਨੇ ਵੀ ਲੋਕ ਰੋਜ਼ ਟ੍ਰੇਨ ਦੇ ਰਾਹੀਂ ਜੋ ਕਿ ਆਵਾਜਾਈ ਕਰਦੇ ਨੇ। ਤੇ ਗਵਰਨਮੈਂਟ ਇਹ ਸਿਗਨਲ ਵੀ ਦੇਣਾ ਚਾਹੁੰਦੀ ਹੈ ਇਸ ਦੇ ਚਲਦੇ ਕਿ ਅਰਬਨ ਮਿਡਲ ਕਲਾਸ ਤੇ ਵਰਕਿੰਗ ਕਲਾਸ ਦੀ ਡੇਲੀ ਮੋਬਿਲਿਟੀ ਤੇ ਕੋਈ ਕੰਪਰੋਮਾਈਜ਼ ਨਹੀਂ ਹੋਵੇਗਾ। ਮਿਨਿਸਟਰੀ ਯਾਦ ਦਿਲਾ ਰਹੀ ਹੈ ਕਿ ਜੁਲਾਈ 2025 ਦੇ ਵਿੱਚ ਜੋ ਪਿਛਲੇ ਫੇਅਰ ਹਾਈਕ ਹੋਏ ਸੀ ਉਸ ਨਾਲ ਹੁਣ ਤੱਕ 700 ਕਰੋੜ ਦੀ ਰੈਵਨਿਊ ਆਲਰੇਡੀ ਜਨਰੇਟ ਹੋ ਚੁੱਕੀ ਹੈ ਤੇ ਉਹ ਪੈਸਾ ਪੈਸੇਂਜਰ ਐਨਿਮਿਟੀਜ਼, ਸੇਫਟੀ ਸਿਸਟਮ, ਟਰੈਕਸ ਦੀ ਅਪਗ੍ਰੇਡਿੰਗ ਤੇ ਰੋਲਿੰਗ ਸਟਾਕ ਵਿੱਚ ਇਨਵੈਸਟ ਹੋ ਰਿਹਾ ਹੈ। ਇਸ ਕਰਕੇ ਨਵਾਂ ਹਾਈਕ ਵੀ ਉਸੇ ਲੌਂਗ ਟਰਮ ਰੋਡ ਮੈਪ ਦਾ ਹਿੱਸਾ ਬਣਨ ਜਾ ਰਿਹਾ ਹੈ, ਨਾ ਕਿ ਸਿਰਫ ਰੈਵਨਿਊ ਕਲੈਕਸ਼ਨ ਦਾ ਜਿਹੜਾ ਟੂਲ ਹੈ। ਇਹ ਜੋ ਵੀ ਡਿਸੀਜਨ ਲਿਆ ਗਿਆ ਇਸ ਪੂਰੇ ਕੰਟੈਕਸਟ ਵਿੱਚ ਰੇਲਵੇਜ਼ ਨੇ ਫੇਅਰ ਚੇਂਜਸ ਦੀ ਕੈਟਾਗਰੀ ਵਾਈਜ਼ ਕਲੀਅਰ ਬ੍ਰੇਕਅਪ ਵੀ ਦਿੱਤੀ ਹੈ, ਜਿੱਥੇ ਸਬਰਬਨ ਤੇ ਮੰਥਲੀ ਪਾਸਿਸ ਅਨਚੇਂਜਡ ਦੱਸੇ ਜਾ ਰਹੇ ਨੇ। ਆਰਡੀਨਰੀ ਕਲਾਸ ਵਿੱਚ 215 ਕਿਲੋਮੀਟਰ ਤੱਕ ਕੋਈ ਵੀ ਚੇਂਜ ਨਹੀਂ ਹੈ, 215 ਤੋਂ ਉੱਪਰ 1 ਪੈਸਾ ਪਰ ਕਿਲੋਮੀਟਰ। ਮੇਲ ਐਕਸਪ੍ਰੈਸ ਨੌਨ ਏਸੀ ਤੇ ਏਸੀ ਵਿੱਚ 2 ਪੈਸਾ ਪਰ ਕਿਲੋਮੀਟਰ ਦੇਣਾ ਪਵੇਗਾ ਤੇ 500 ਕਿਲੋਮੀਟਰ ਨੌਨ ਏਸੀ ਜਰਨੀ ਲਈ ਸਿਰਫ 10 ਰੁਪਏ ਐਕਸਟਰਾ ਦੇਣਾ ਪਵੇਗਾ, ਜਿਹਦੇ ਨਾਲ ਰੇਲਵੇ ਇਹ ਦਿਖਾਉਣਾ ਚਾਹੁੰਦਾ ਹੈ ਕਿ ਸਿਸਟਮ ਟਰਾਂਸਪੇਰੈਂਟ ਤੇ ਪ੍ਰੈਡਿਕਟੇਬਲ ਹੈ। ਇਹ ਸਾਰੇ ਅਨਾਉਂਸਮੈਂਟ ਉਸ ਵਕਤ ਆਈਆਂ ਨੇ ਜਦੋਂ ਦੇਸ਼ ਕ੍ਰਿਸਮਸ ਤੇ ਨਿਊ ਈਅਰ ਸੀਜ਼ਨ ਵੱਲ ਵਧ ਰਿਹਾ ਹੈ, ਜਿੱਥੇ ਰੇਲ ਨੈਟਵਰਕ ਤੇ ਹਰ ਸਾਲ ਪ੍ਰੈਸ਼ਰ ਆਉਂਦਾ ਹੈ। ਇਸ ਕਰਕੇ ਇੰਡੀਅਨ ਰੇਲਵੇਜ਼ ਨੇ ਪੈਰਲਲ ਵਿੱਚ ਇੱਕ ਵੱਡਾ ਆਪਰੇਸ਼ਨਲ ਪਲਾਨ ਵੀ ਰੋਲ ਆਊਟ ਕੀਤਾ ਹੈ, ਜਿਹਦੇ ਤਹਿਤ 2025-2026 ਦੇ ਕ੍ਰਿਸਮਸ ਤੇ ਨਿਊ ਈਅਰ ਪੀਰੀਅਡ ਲਈ 8 ਜ਼ੋਨ ਵਿੱਚ 240 ਤੋਂ ਵੱਧ ਸਪੈਸ਼ਲ ਟ੍ਰੇਨ ਟ੍ਰਿਪਸ ਜਿਹੜੀ ਹੈ ਉਹ ਪਲਾਨ ਕੀਤੇ ਗਏ ਨੇ। ਤੇ ਮਿਨਿਸਟਰੀ ਨੇ ਸਿਗਨਲ ਦਿੱਤਾ ਹੈ ਕਿ ਜੇ ਰਸ਼ ਵਧਿਆ, ਜੇ ਭੀੜ ਵੱਧਦੀ ਹੈ ਤਾਂ ਹੋਰ ਟ੍ਰਿਪਸ ਵੀ ਨੋਟੀਫਾਈ ਕੀਤੇ ਜਾ ਸਕਦੇ ਨੇ, ਕਿਉਂਕਿ ਆਬਜੈਕਟਿਵ ਸਿਰਫ ਟ੍ਰੇਨ ਚਲਾਉਣਾ ਨਹੀਂ ਬਲਕਿ ਓਵਰ ਕਰਾਊਡਿੰਗ ਨੂੰ ਕੰਟਰੋਲ ਕਰਨਾ, ਸੇਫਟੀ ਇੰਸ਼ੋਰ ਕਰਨੀ ਤੇ ਪੈਸੇਂਜਰ ਐਕਸਪੀਰੀਅੰਸ ਇੰਪਰੂਵ ਕਰਨਾ ਹੈ। ਰੇਲਵੇਜ਼ ਨੇ ਖਾਸ ਤੌਰ ਤੇ ਉਹ ਬਿਜ਼ੀ ਕੋਰੀਡੋਰਸ ਆਈਡੈਂਟੀਫਾਈ ਕੀਤੇ ਨੇ ਜਿੱਥੇ ਫੈਸਟਿਵ ਰਸ਼ ਸਭ ਤੋਂ ਜ਼ਿਆਦਾ ਹੁੰਦਾ ਹੈ, ਜਿਵੇਂ ਦਿੱਲੀ,
ਦਿੱਲੀ ਤੇ ਲਖਨਊ ਤੇ ਨੀਅਰ ਬਾਈ ਸਿਟੀਜ਼ ਦੇ ਵਿੱਚ ਜਿੱਥੇ ਲੌਂਗ ਡਿਸਟੈਂਸ ਟਰੈਵਲਰਸ ਆਪਣੇ ਘਰ ਵੱਲ ਜਾਂਦੇ ਨੇ ਜਾਂ ਫਿਰ ਹੌਲੀਡੇ ਡੈਸਟੀਨੇਸ਼ਨ ਵੱਲ ਮੂਵ ਕਰਦੇ ਨੇ। ਤੇ ਇਸ ਤੋਂ ਇਲਾਵਾ ਮੁੰਬਈ ਗੋਆ ਤੇ ਸਪੈਸ਼ਲ ਫੋਕਸ ਰੱਖਿਆ ਗਿਆ ਜਿੱਥੇ ਮੁੰਬਈ CSMT ਤੇ ਨਾਲ LTT ਤੋਂ ਕਰਮਾਲੀ ਤੇ ਮੜਗਾਂਵ ਵੱਲ ਡੇਲੀ ਤੇ ਵੀਕਲੀ ਸਪੈਸ਼ਲ ਟ੍ਰੇਨ ਆਪਰੇਟ ਹੋ ਰਹੀਆਂ ਨੇ, ਜਿਨ੍ਹਾਂ ਵਿੱਚ ਐਕਸਟਰਾ ਸੀਟਿੰਗ ਤੇ ਸਲੀਪਰ ਕੋਚਿਸ ਐਡ ਕੀਤੇ ਗਏ ਨੇ ਤਾਂ ਜੋ ਟੂਰਿਸਟ ਨੂੰ ਬੀਚਿਸ ਤੇ ਹੌਲੀਡੇ ਸਪੌਟ ਤੱਕ ਕੰਫਰਟੇਬਲ ਤੇ ਸਟ੍ਰੈਸ ਫ੍ਰੀ ਕਨੈਕਟੀਵਿਟੀ ਮਿਲੇ। ਨਾਲ ਹੀ ਮੁੰਬਈ, ਨਾਗਪੁਰ, ਪੁਣੇ, ਸੰਗਾਨੇਰ ਤੇ ਹੋਰ ਮਹਾਰਾਸ਼ਟਰਾ ਰੂਟਸ ਤੇ ਵੀ ਸਪੈਸ਼ਲ ਸਰਵਿਸਿਜ਼ ਸ਼ੁਰੂ ਕੀਤੀਆਂ ਗਈਆਂ ਨੇ, ਜਿਹਦੇ ਨਾਲ ਰੈਗੂਲਰ ਟ੍ਰੇਨਸ ਤੇ ਪ੍ਰੈਸ਼ਰ ਘੱਟ ਹੋਵੇ ਤੇ ਫੈਸਟੀਵਲ ਟਰੈਵਲ ਕੇਓਸ ਅਵੋਇਡ ਹੋ ਸਕੇ। ਰੇਲਵੇ ਮਿਨਿਸਟਰੀ ਆਪਣੀ ਆਫੀਸ਼ੀਅਲ ਰਿਲੀਜ਼ ਵਿੱਚ ਇਹ ਕਹਿੰਦੀ ਹੈ ਕਿ ਇਹ ਸਪੈਸ਼ਲ ਟ੍ਰੇਨਸ ਸਿਰਫ ਨੰਬਰ ਦਾ ਖੇਲ ਨਹੀਂ ਹੈ ਬਲਕਿ ਕੈਪੈਸਿਟੀ, ਕੰਫਰਟ ਤੇ ਕਨਵੀਨੀਅੰਸ ਵਧਾਉਂਦੇ ਨੇ, ਜਿਹਦੇ ਨਾਲ ਲੋਕ ਕ੍ਰਿਸਮਸ ਤੇ ਨਿਊ ਈਅਰ 2026 ਬਿਨਾਂ ਟੈਨਸ਼ਨ ਸੈਲੀਬ੍ਰੇਟ ਕਰ ਸਕਦੇ ਨੇ। ਤੇ ਫੈਸਟਿਵ ਆਪਰੇਸ਼ਨਸ ਰੇਲਵੇ ਦੀ ਉਸ ਬ੍ਰੌਡਰ ਸਟ੍ਰੈਟਜੀ ਨੂੰ ਰਿਫਲੈਕਟ ਕਰਦੇ ਨੇ ਜਿੱਥੇ ਪੈਸੇਂਜਰ ਸੈਂਟਰਿਕ ਪਲੈਨਿੰਗ ਨੂੰ ਪ੍ਰਾਇੋਰਟੀ ਦਿੱਤੀ ਜਾ ਰਹੀ ਹੈ। ਪਰ ਇਹ ਕਹਾਣੀ ਸਿਰਫ ਫੇਅਰਸ ਤੇ ਸਪੈਸ਼ਲ ਟ੍ਰੇਨਸ ਤੱਕ ਲਿਮਿਟਡ ਨਹੀਂ ਹੈ, ਕਿਉਂਕਿ ਇੰਡੀਅਨ ਰੇਲਵੇਜ਼ ਆਪਣੇ ਆਪ ਨੂੰ ਇੱਕ ਲੌਂਗ ਟਰਮ ਟਰਾਂਸਫਰਮੇਸ਼ਨ ਫੇਜ਼ ਵਿੱਚ ਦਿਖਾਉਣਾ ਚਾਹੁੰਦੀ ਹੈ। ਤੇ ਇਸ ਰਿਲੀਜ਼ ਵਿੱਚ ਮਿਨਿਸਟਰੀ ਨੇ ਕੁਝ ਮੇਜਰ ਡਿਵੈਲਪਮੈਂਟ ਵੀ ਹਾਈਲਾਈਟ ਕੀਤੇ ਨੇ, ਜਿਹਦੇ ਸਭ ਤੋਂ ਪਹਿਲਾ ਜ਼ਿਕਰ ਹਾਈ ਸਪੀਡ ਬੁਲੇਟ ਟ੍ਰੇਨ ਪ੍ਰੋਜੈਕਟ ਦਾ ਕੀਤਾ ਗਿਆ, ਜਿਹਦੇ ਮਹਾਰਾਸ਼ਟਰਾ ਸੈਕਸ਼ਨ ਵਿੱਚ 100% ਲੈਂਡ ਐਕੁਇਜ਼ੀਸ਼ਨ ਕੰਪਲੀਟ ਹੋ ਚੁੱਕੀ ਹੈ ਤੇ ਕੰਸਟਰਕਸ਼ਨ ਵਰਕਸ ਨੇ ਮੋਮੈਂਟਮ ਫੜ ਲਿਆ ਹੈ, ਜੋ ਰੇਲਵੇ ਲਈ ਇੱਕ ਸਿੰਬੋਲਿਕ ਮਾਈਲਸਟੋਨ ਵੀ ਹੈ ਤੇ ਪ੍ਰੈਕਟੀਕਲ ਵੀ, ਕਿਉਂਕਿ ਇਹ ਇੰਡੀਆ ਨੂੰ ਗਲੋਬਲ ਹਾਈ ਸਪੀਡ ਰੇਲ ਲੀਗ ਵਿੱਚ ਲਿਜਾਣ ਦੀ ਤਿਆਰੀ ਹੈ। ਨਾਲ ਹੀ 2014 ਤੋਂ 2025 ਤੱਕ ਦੇ ਪੀਰੀਅਡ ਵਿੱਚ ਰੇਲਵੇਜ਼ ਨੇ ਲਗਭਗ 2 ਲੱਖ ਵੈਗਨਸ ਪ੍ਰੋਕਿਊਰ ਕੀਤੇ ਨੇ ਤੇ 10,000 ਟਨ ਵੱਧ ਲੋਕੋਮੋਟਿਵਸ ਫਲੀਟ ਵਿੱਚ ਸ਼ਾਮਿਲ ਕੀਤੇ ਨੇ, ਜਿਹਦੇ ਨਾਲ ਫਰੀਟ ਲੋਡਿੰਗ ਕੈਪੈਸਿਟੀ ਵਧ ਰਹੀ ਹੈ, ਲੌਜਿਸਟਿਕਸ ਐਫੀਸ਼ੀਐਂਸੀ ਇੰਪਰੂਵ ਹੋ ਰਹੀ ਹੈ ਤੇ ਇੰਡਸਟਰੀ ਤੇ ਟ੍ਰੇਡ ਨੂੰ ਡਾਇਰੈਕਟ ਫਾਇਦਾ ਮਿਲ ਰਿਹਾ ਹੈ, ਕਿਉਂਕਿ ਰੇਲਵੇ ਸਿਰਫ ਪੈਸੇਂਜਰ ਕੈਰੀਅਰ ਨਹੀਂ ਬਲਕਿ ਇਕਨੋਮੀ ਦੀ ਬੈਕਬੋਨ ਵੀ ਹੈ। ਇਸ ਫਰੇਮਵਰਕ ਦੇ ਵਿੱਚ ਗਵਰਨਮੈਂਟ ਦੀ ਜੋ ਹੈ ਗਤੀ ਸ਼ਕਤੀ ਮਲਟੀ ਮੋਡਲ ਕਾਰਗੋ ਟਰਮੀਨਲ ਯਾਨੀ GCT ਪਾਲਿਸੀ ਵੀ ਇੱਕ ਕੀ ਪਿਲਰ ਬਣ ਕੇ ਸਾਹਮਣੇ ਆਉਂਦੀ ਹੈ, ਜਿਹਦੇ ਤਹਿਤ ਹੁਣ ਤੱਕ 118 ਨਵੇਂ GCTs ਕਮਿਸ਼ਨ ਹੋ ਚੁੱਕੇ ਨੇ ਤੇ ਜਿਨ੍ਹਾਂ ਦੀ ਕੰਬਾਈਨਡ ਐਸਟੀਮੇਟਡ ਕੈਪੈਸਿਟੀ 192 ਮਿਲੀਅਨ ਟਨਸ ਪਰ ਐਨਮ ਦੱਸੀ ਜਾ ਰਹੀ ਹੈ, ਜਿਹਦੇ ਬਾਰੇ ਵਿੱਚ ਰੇਲਵੇ ਮਿਨਿਸਟਰ ਅਸ਼ਵਨੀ ਵਿਸ਼ਨਵ ਨੇ ਲੋਕ ਸਭਾ ਵਿੱਚ ਡਿਟੇਲ ਆਨਸਰ ਦਿੰਦੇ ਹੋਏ ਕਲੀਅਰ ਕੀਤਾ ਕਿ ਟਰਮੀਨਲ ਰੋਡਸ, ਰੇਲ ਤੇ ਪੋਰਟਸ ਨੂੰ ਇੰਟੀਗ੍ਰੇਟ ਕਰਕੇ ਲੌਜਿਸਟਿਕ ਕੋਸਟ ਨੂੰ ਡਰਾਮੈਟਿਕਲੀ ਰਿਡਿਊਸ ਕਰਨਗੇ। ਇਸ ਦੇ ਨਾਲ ਹੀ ਰੇਲਵੇ ਨੇ ਇਲੈਕਟ੍ਰੀਫਿਕੇਸ਼ਨ ਫਰੰਟ ਤੇ ਇੱਕ ਹਿਸਟੋਰਿਕ ਅਚੀਵਮੈਂਟ ਵੀ ਹਾਸਿਲ ਕੀਤੀ ਹੈ, ਜਿੱਥੇ ਬ੍ਰੌਡ ਗੌਜ ਨੈਟਵਰਕ ਦਾ ਲਗਭਗ 99.1% ਇਲੈਕਟ੍ਰੀਫਾਈਡ ਹੋ ਚੁੱਕਾ ਹੈ, ਜੋ ਸਿਰਫ ਫਿਊਲ ਸੇਵਿੰਗ ਨਹੀਂ ਬਲਕਿ ਇਨਵਾਇਰਨਮੈਂਟ, ਕਲਾਈਮੇਟ ਕਮਿਟਮੈਂਟ ਤੇ ਲੌਂਗ ਟਰਮ ਆਪਰੇਸ਼ਨਲ ਐਫੀਸ਼ੀਐਂਸੀ ਨਾਲ ਵੀ ਡਾਇਰੈਕਟਲੀ ਜੁੜਿਆ ਹੋਇਆ ਹੈ। ਤੇ ਇਹ ਸਾਰੇ ਸਟੈਪਸ ਮਿਲ ਕੇ ਇਹ ਦਿਖਾਉਂਦੇ ਨੇ ਕਿ ਫੇਅਰ ਹਾਈਕ ਦੀ ਕਹਾਣੀ ਨੂੰ ਆਈਸੋਲੇਟਡ ਡਿਸੀਜਨ ਸਮਝਣਾ ਬਿਲਕੁਲ ਗਲਤ ਹੋਵੇਗਾ, ਕਿਉਂਕਿ ਇਹ ਇੱਕ ਵੱਡੀ ਸਟਰਕਚਰਲ ਟ੍ਰਾਂਜੀਸ਼ਨ ਦਾ ਹਿੱਸਾ ਹੈ, ਜਿੱਥੇ ਇੱਕ ਤਰਫ ਰੇਲਵੇਜ਼ ਆਪਣੀ ਫਾਈਨੈਂਸ਼ੀਅਲ ਹੈਲਥ ਨੂੰ ਸਟੇਬਲਾਈਜ਼ ਕਰ ਰਹੀ ਹੈ ਤੇ ਦੂਜੀ ਤਰਫ ਪੈਸੇਂਜਰਸ ਨੂੰ ਰੀਅਸ਼ੋਰ ਕਰ ਰਹੀ ਹੈ ਕਿ ਅਫੋਰਡੇਬਿਲਿਟੀ, ਸੇਫਟੀ ਤੇ ਕਨਵੀਨੀਅੰਸ ਉਸ ਦੀ ਪ੍ਰਾਇੋਰਟੀ ਬਣ ਰਹੀ ਹੈ। ਇਸ ਕਰਕੇ ਡੇ ਟੂ ਡੇ ਐਨਾਲਿਸਿਸ ਇਹ ਕਹਿੰਦੀ ਹੈ ਕਿ ਇੰਡੀਅਨ ਰੇਲਵੇ ਦਾ ਨਵਾਂ ਫੇਅਰ ਸਟਰਕਚਰ ਸਿਰਫ ਪੈਸਾ ਵਧਾਉਣ ਦੀ ਐਕਸਰਸਾਈਜ਼ ਨਹੀਂ ਹੈ ਬਲਕਿ ਇੱਕ ਕੇਅਰਫੁਲੀ ਜੋ ਹੈ ਕੈਲੀਬ੍ਰੇਟਡ ਮੂਵ ਹੈ, ਜਿੱਥੇ ਸੋਸ਼ਲ ਰਿਸਪੌਂਸਿਬਿਲਿਟੀ ਤੇ ਇਕਨੋਮਿਕ ਰੀਅਲਿਜ਼ਮ ਦੋਨੋਂ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਵੀ ਡਿਸਾਈਡ ਕਰੇਗਾ ਕਿ ਦੁਨੀਆ ਦਾ ਸਭ ਤੋਂ ਵੱਡਾ ਰੇਲ ਨੈਟਵਰਕ ਆਪਣੇ ਪੈਸੇਂਜਰਸ ਨਾਲ ਕਿਵੇਂ ਇਨਵੋਲਵ ਕਰਦਾ ਹੈ। ਇਸੇ ਤਰੀਕੇ ਨਾਲ ਦੇਸ਼ ਤੇ ਦੁਨੀਆ ਦੀ तमाम ਖਬਰਾਂ ਜਾਣਨ ਦੇ ਲਈ ਤੁਸੀਂ ਬਣੇ ਰਹੋ ਡੇ ਟੂ ਡੇ ਨਿਊਜ਼ ਇੰਡੀਆ ਦੇ ਨਾਲ। ਮੈਨੂੰ ਦਿਓ ਇਜਾਜ਼ਤ ਤੇ ਸਾਨੂੰ ਹਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ।